ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 14ਵੀਂ ਤੇ ਪਦ ਦੂਜਾ ਵਿਚਾਰਨ ਜਾ ਰਹੇ ਹਾਂ। ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜਾਂ ਸਮਝ ਸਕੇ। ਜਿੰਨੀ ਪ੍ਰੀਤਮ ਪਿਆਰੇ ਮਿਹਰ ਕਰਦੇ ਹਨ, ਉਹਨਾਂ ਪ੍ਰਾਣੀ ਬੋਲਦਾ ਹੈ, ਉਹਨਾਂ ਵਿਚਾਰਦਾ ਹੈ, ਉਹਨਾਂ ਸੁਣਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ ਪ੍ਰਭੂ ਦੀ ਉਸਤਤ, ਪ੍ਰਭੂ ਦੀ ਵੱਡੀ ਵਡਿਆਈ, ਗੁਰਸਿੱਖ ਦੀ ਵਡਿਆਈ, ਭਗਤ ਦੀ ਮਹਿਮਾ ਅਤੇ ਜਿਹੜੇ ਨਿੰਦਕ ਹੈ, ਮਨਮੁੱਖ ਲੋਕ ਹੈ, ਉਹਨਾਂ ਨੂੰ ਉਹਨਾਂ ਦਾ ਬਣਦਾ ਜਗ੍ਹਾ ਦਿਖਾਈ ਹੈ ਕਿ ਕਿੱਥੇ ਉਹ ਦੁਖੀ ਹੋਣ ਦੀ ਇੱਕ ਭੱਠੀ ਦੇ ਵਿੱਚ ਤੜਫਦੇ ਹਨ, ਕਿਉਂਕਿ ਉਹ ਪਿਆਰਿਆਂ ਨੂੰ ਪਰੇਸ਼ਾਨ ਕਰਦੇ ਹਨ। ਇਸ ਅਸ਼ਟਪਦੀ ਦੇ ਵਿੱਚ ਸੱਚੇ ਪਾਤਸ਼ਾਹ ਨਿਰੰਕਾਰ ਦੀ ਮਹਿਮਾ ਕਰ ਰਹੇ ਹਨ, ਉਸਤਤ ਕਰ ਰਹੇ ਹਨ, ਜਿਹਦਾ ਕੋਈ ਆਕਾਰ ਨਹੀਂ ਹੈ, ਉਹਦੀ ਸਿਫਤ ਸਲਾਹ ਕਰ ਰਹੇ ਹਨ। ਬਿਨ ਆਕਾਰ ਤੋਂ ਜਿਹੜਾ ਸਾਰੇ ਆਕਾਰਾਂ ਨੂੰ ਬਣਾਉਂਦਾ ਹੈ ਪ੍ਰਭੂ ਪਰਮਾਤਮਾ, ਜਿਹਦੀ ਪਰਿਭਾਸ਼ਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਸੱਚੇ ਪਾਤਸ਼ਾਹ ਨੇ 24 ਅਸ਼ਟਪਦੀਆਂ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਦੂਸਰੇ ਪਾਸੇ ਭਗਤ ਜਨ 24 ਘੰਟਿਆਂ ਦੇ ਵਿੱਚ 24,000 ਸਵਾਸ ਲੈਂਦੇ ਹਨ। ਇੱਕ ਘੰਟੇ ਦੇ ਵਿੱਚ 1,000 ਸਵਾਸ, 3 ਘੜੀਆਂ ਨੂੰ ਜੋੜ ਕੇ ਇੱਕ ਪਹਿਰ ਬਣਦਾ ਹੈ, ਜਿਹੜਾ ਕਿ 8 ਪਦਾਂ ਨੂੰ ਜੋੜਦਾ ਹੈ। ਅਕਾਲ ਨੂੰ ਕਾਲ ਦੇ ਨਾਲ ਸੁਮੇਲ ਕਰਨ ਦੀ ਸੱਚੇ ਪਾਤਸ਼ਾਹ ਨੇ ਵਿਧੀ ਸਮਝਾਈ ਹੈ ਕਿ ਪ੍ਰਾਣੀ ਤੂੰ ਚੱਲਣਹਾਰ ਹੈ, ਇਹ ਦੁਨੀਆ ਵੀ ਚੱਲਣਹਾਰ ਹੈ। ਜੇ ਤੈਂ ਕਿਸੇ ਨਾਲ ਦੋਸਤੀ ਕਰਨੀ ਹੈ, ਜੇ ਤੇਰੀ ਕੋਈ ਪ੍ਰੋਟੈਕਸ਼ਨ ਬਣ ਸਕਦਾ ਹੈ, ਉਹ ਕਿਰਪਾਲੂ ਦਇਆਲੂ ਪਰਮਾਤਮਾ ਹੀ ਬਣ ਸਕਦਾ ਹੈ। ਤੇਰੀ ਕੋਈ ਸ਼ੀਲਡ ਬਣ ਸਕਦਾ ਹੈ, ਤੇਰੀ ਕੋਈ ਢਾਲ ਬਣ ਸਕਦਾ ਹੈ, ਉਹ ਪਿਤਾ ਪਰਮੇਸ਼ਰ ਹੀ ਬਣ ਸਕਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਪ੍ਰਾਣੀ ਤੈਨੂੰ ਇਹ ਜਨਮ ਦੁਰਲੱਭ ਮਿਲਿਆ ਹੈ। ਬਹੁਤ ਜਨਮਾਂ ਤੋਂ ਬਾਅਦ ਤੂੰ ਜਿੰਨਾ ਲਾਹਾ ਖੱਟ ਲਵੇਂ ਓਨਾ ਹੀ ਥੋੜ੍ਹਾ ਹੈ। ਮਿਹਰ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ, ਉਸਤਤ ਮਨ ਮੈਂ ਕਰ ਨਿਰੰਕਾਰ। ਆਪਣੇ ਮਨ ਦੇ ਵਿੱਚ ਪਿਆਰਿਆ ਉਹਦੀ ਪ੍ਰਸ਼ੰਸਾ ਕਰ, ਉਹਦਾ ਜਸ ਕਰ, ਉਸ ਆਕਾਰ ਰਹਿਤ ਦਾ ਗੁਣ ਗਾਇਨ ਕਰ। ਨਿਰੰਕਾਰ ਨਿਰਆਕਾਰ, ਜਿਹਦਾ ਕੋਈ ਆਕਾਰ ਹੈ ਹੀ ਨਹੀਂ। ਕਰ ਮਨ ਮੇਰੇ ਸਤ ਬਹੁ ਹਾਰ,
ਸੱਚੇ ਦਾ ਸੱਚਾ ਦਰਬਾਰ, ਸੱਚੇ ਦਾ ਸੱਚਾ ਕਾਰਜ। ਮੇਰੀ ਜਿੰਦੜੀਏ ਤੂੰ ਜੇ ਵਿਹਾਰ ਕਰਦਾ ਹੈ ਤਾਂ ਸੱਚ ਦਾ ਕਰ। ਮੇਰੀ ਜਿੰਦੜੀਏ ਤੂੰ ਸੱਚ ਤੋਂ ਜੁਦਾ ਹੋਈ ਹੋਈ ਇੱਕ ਬੂੰਦ ਹੈ, ਸਾਗਰ ਨਾਲੋਂ ਵਿਛੜੀ ਹੋਈ ਇੱਕ ਬੂੰਦ ਸਾਗਰ ਦੀ ਆਰਾਧਨਾ ਹੀ ਕਰ ਸਕਦੀ ਹੈ। ਸਾਗਰ ਬਹੁਤ ਵਿਸ਼ਾਲ ਹੈ, ਵੱਡਾ ਹੈ, ਬੂੰਦ ਬਹੁਤ ਛੋਟੀ ਹੈ। ਮਨ ਦੇ ਵਿੱਚ ਉਸ ਨਿਰੰਕਾਰ ਨੂੰ, ਨਿਰਾਕਾਰ ਨੂੰ ਧਿਆ ਤੇ ਸੱਚ ਦਾ ਵਪਾਰ ਕਰ। ਇਸ ਜੁਗਤ ਦੇ ਨਾਲ ਪ੍ਰਾਣੀ ਤੂੰ ਤਰ ਜਾਵੇਗਾ। ਨਿਰਮਲ ਰਸਨਾ ਅੰਮ੍ਰਿਤ ਪੀਓ, ਤੂੰ ਆਬੇ ਹਯਾਤ ਦਾ ਅੰਮ੍ਰਿਤ ਪੀ ਲੈ, ਉਹਦਾ ਨਾਮ ਜਪ ਕੇ ਤੇਰੀ ਜਿਹੜੀ ਰਸਨਾ ਉਹ ਨਿਰਮਲ ਹੋ ਜਾਵੇਗੀ, ਪਵਿੱਤਰ ਹੋ ਜਾਵੇਗੀ। ਸਦਾ ਸੁਹੇਲਾ ਕਰ ਲੈ ਜੀਓ, ਤੂੰ ਆਪਣੇ ਜੀ ਨੂੰ ਹਮੇਸ਼ਾ ਦੇ ਲਈ ਸੁਖਾਲਾ ਬਣਾ ਲੈ। ਜੀਵ ਤੇਰੀ ਪਵਿੱਤਰ ਹੋ ਜਾਵੇ, ਨਿਰਮਲ ਹੋ ਜਾਵੇ ਤੇ ਤੇਰੀ ਆਤਮਾ ਸਹੇਲੀ ਹੋ ਜਾਵੇ। ਹੋਰ ਤੈਂ ਕੀ ਲੈਣਾ ਹੈ ਇਸ ਦੁਨੀਆ ਤੋਂ ਭੋਲਿਆ। ਪ੍ਰਭੂ ਸਾਖਸ਼ਾਤ ਤੇਰੇ ਮਨ ਦੇ ਵਿੱਚ ਬੈਠ ਜਾਵੇ, ਤੇਰੀ ਆਸਾ ਪੂਰੀ ਹੋ ਜਾਵੇ। ਨੈਣੋ ਪੇਕ ਠਾਕਰ ਕਾ ਰੰਗ, ਅੱਖੀਆਂ ਦੇ ਨਾਲ, ਆਪਣੇ ਨੈਣਾਂ ਦੇ ਨਾਲ ਪ੍ਰੀਤਮ ਦਾ ਕੌਤਕ ਦੇਖ, ਉਹਦਾ ਰੰਗ ਦੇਖ, ਉਹਦਾ ਦੁਨੀਆ ਬਣਾਉਣ ਦਾ ਢੰਗ ਦੇਖ। ਵੱਡੇ ਦੀ ਵਡਿਆਈ ਕਰ, ਤੇਰੇ ਤੇ ਡੁੱਲ ਜਾਵੇ, ਤੇਰੇ ਤੇ ਮੋਹਿਤ ਹੋ ਜਾਵੇ। ਸਾਧ ਸੰਗ ਬੈਂਸੈ ਸਭ ਸੰਗ, ਸਾਧ ਸੰਗਤ ਦੇ ਮਿਲਣ ਦੁਆਰਾ ਹੋਰ ਸਾਰੇ ਮੇਲ ਮਿਲਾਪ ਖਤਮ ਹੋ ਜਾਂਦੇ ਹਨ। ਜਿਨ੍ਹਾਂ ਨੂੰ ਤੂੰ ਆਪਣੇ ਮੰਨਦਾ ਹੈ ਉਹ ਸਾਧ ਸੰਗ ਨਹੀਂ ਹੈ। ਜੇ ਤੂੰ ਮੇਲਿਆਂ ਦੇ ਵਿੱਚ ਜਾਂਦਾ ਹੈ, ਭੀੜਾਂ ਤੇਰਾ ਸਤਿਕਾਰ ਕਰਦੀਆਂ ਹਨ, ਤੇਰੇ ਗਲਾਂ ਦੇ ਵਿੱਚ ਹਾਰ ਪਾਉਂਦੀਆਂ ਹਨ, ਤੇਰੇ ਸਵਾਗਤ ਦੇ ਲਈ ਵੱਡੇ ਵੱਡੇ ਗੇਟ ਬਣਾਏ ਜਾਂਦੇ ਹਨ, ਉਹ ਸਾਧ ਸੰਗ ਨਹੀਂ। ਉਹ ਤਾਂ ਆਪਣੀ ਮੈਂ ਤੇ ਤੇਰੀ ਮੈਂ ਨੂੰ ਇਕੱਠਿਆਂ ਹੀ ਵਪਾਰ ਕਰ ਰਹੀਆਂ ਭੀੜਾਂ ਹਨ। ਉਹਨਾਂ ਨੂੰ ਵੀ ਮੈਂ ਚਾਹੀਦੀ ਹੈ, ਤੈਨੂੰ ਵੀ ਮੈਂ ਚਾਹੀਦੀ ਹੈ। ਮੈਂ ਦੇ ਵਿੱਚ ਤੂੰ ਨਹੀਂ ਵੱਸਦਾ। ਜਿੱਥੇ ਇੱਕ ਦਾ ਹੀ ਨਾਂ ਲਿਆ ਜਾਵੇ, ਇੱਕ ਦੀ ਹੀ ਮਹਿਮਾ ਕੀਤੀ ਜਾਵੇ ਪਿਆਰਿਆ, ਉਹ ਸਾਧੂਆਂ ਦਾ ਸੰਗ ਹੈ, ਉਹ ਪਿਆਰਿਆਂ ਦਾ ਸਾਥ ਹੈ, ਉਹ ਦੁਲਾਰਿਆਂ ਨਾਲ ਮੁਲਾਕਾਤ ਹੈ। ਜਦੋਂ ਉਹਨਾਂ ਦਾ ਰਸ ਤੈਨੂੰ ਲੱਗ ਗਿਆ, ਫਿਰ ਸਾਰੇ ਦੇ ਸਾਰੇ ਦੂਸਰੇ ਰਸ ਝੂਠੇ ਹਨ। ਹੋਰ ਤੇਰੀ ਜਿਹੜੀ ਮਿਲਣ ਦੀ ਤਾਂਘ ਦੂਸਰਿਆਂ ਨੂੰ ਹਰ ਵੇਲੇ ਰਹਿੰਦੀ ਹੈ, ਉਹ ਵੀ ਮੁੱਕ ਜਾਵੇਗੀ। ਚਰਨ ਚੱਲੋ ਮਾਰਗ ਗੋਬਿੰਦ, ਪਿਆਰਿਆ ਆਪਣੇ ਪੈਰਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੇ ਰਸਤੇ ਤੁਰ। ਚਰਨਾਂ ਨੂੰ ਪਵਿੱਤਰ ਕਰ ਲੈ,
ਉਹਦਾ ਰਸਤਾ ਕੀ ਹੈ? ਉਹਦੀ ਬਣਾਈ ਹੋਈ ਦੁਨੀਆ ਨੂੰ ਠੀਕ ਵਿਹਾਰ ਕਰ, ਉਹਦੇ ਬਣਾਏ ਹੋਏ ਲੋਕਾਂ ਦਾ ਭਲਾ ਕਰ, ਚੁਗਲੀ ਨਿੰਦਿਆ ਤੋਂ ਦੂਰ ਜਾ। ਸਾਰਿਆਂ ਦੇ ਵਿੱਚ ਤੈਨੂੰ ਵਸਦਾ ਨਜ਼ਰ ਆ ਜਾਵੇਗਾ, ਤੇਰਾ ਕੋਈ ਬਗਾਨਾ ਹੋਵੇਗਾ ਹੀ ਨਹੀਂ। ਜਦ ਤੂੰ ਇਸ ਤਰ੍ਹਾਂ ਦੇ ਚਰਨਾਂ ਦੇ ਨਾਲ ਮਾਰਗ ਤੇ ਜਾਵੇਗਾ, ਗੋਬਿੰਦ ਦੇ ਮਾਰਗ ਤੇ ਤੁਰੇਗਾ, ਤਾਂ ਮਿਟੇ ਪਾਪ ਜਪੀਐ ਹਰ ਬਿੰਦ। ਬਿੰਦ ਇੱਕ ਛਿਨ, ਇੱਕ ਘੜੀ, ਇੱਕ ਬਹੁਤ, ਉਹਦੇ ਨਾਲ ਤੇਰੇ ਜਿਹੜੇ ਪਾਪ ਨੇ, ਜਿਹੜੀਆਂ ਭੈੜੀਆਂ ਆਦਤਾਂ ਨੇ ਪਾਪਾਂ ਦੀ ਸਮੱਗਰੀ ਜਮ੍ਹਾਂ ਕੀਤੀ ਹੈ, ਉਹ ਵੀ ਛੁੱਟ ਜਾਣਗੀਆਂ। ਪ੍ਰਭੂ ਦੇ ਰਸਤੇ ਤੁਰਦਿਆਂ ਤੁਰਦਿਆਂ ਜਿਹੜੇ ਤੇਰੇ ਪਾਪ ਹਨ, ਜਿਹੜੀ ਮਾਇਆ ਤੇਤੋਂ ਕਰਵਾਉਂਦੀ ਹੈ, ਤੈਨੂੰ ਵਰਤਦੀ ਹੈ, ਭੋਲਿਆ ਸੁਆਮੀ ਦਾ ਦਾਸ ਬਣ ਜਾ। ਕੀ ਖੱਟਿਆ ਤੈਂ ਮਾਇਆ ਦਾਸ ਬਣ ਕੇ? ਪ੍ਰੀਤਮ ਪਿਆਰਾ ਤੈਨੂੰ ਉਡੀਕਦਾ ਹੈ। ਦੁਨੀਆ ਦਾ ਵੀ ਦਸਤੂਰ ਹੈ, ਜਿਹਦੇ ਕੋਲ ਸ਼ਕਤੀ ਹੈ, ਜਿਹੜਾ ਸਭ ਤੋਂ ਵੱਡਾ ਹੈ, ਉਹਦਾ ਸ਼ਰਧਾਲੂ, ਉਹਦਾ ਸੇਵਕ, ਉਹਦਾ ਜਨ, ਉਹਦਾ ਦਾਸ ਬਣ ਜਾ। ਮਾਇਆ ਤਾਂ ਵਿਚਾਰੀ ਆਪ ਪ੍ਰਭੂ ਦੇ ਠੇਕੇ ਦੇ ਕੰਮ ਕਰਦੀ ਹੈ। ਮਾਇਆ ਨੂੰ ਪ੍ਰਭੂ ਨੇ ਲੀਜ਼ ਉੱਤੇ ਲੋਕਾਂ ਨੂੰ ਬਰਾਗ ਚੋਂ ਕੱਢਣ ਦੇ ਲਈ ਰੱਖਿਆ ਹੋਇਆ ਹੈ। ਭੋਲਿਆ ਪੰਛੀਆ, ਕਦੇ ਜਿਹੜੇ ਲੀਜ਼ ਵਾਲੇ ਲੋਕ ਹੁੰਦੇ ਆ, ਉਹਨਾਂ 'ਤੇ ਵੀ ਤੂੰ ਨਿਰਭਰ ਕਰ ਸਕਦਾ ਹੈ। ਤੈਨੂੰ ਹਰ ਵਕਤ ਛਲ ਦੇ ਵਿੱਚ ਲੈ ਕੇ ਜਾਂਦੀ ਹੈ, ਤੈਨੂੰ ਬੱਲੇ ਬੱਲੇ ਕਰਵਾਉਣ ਦੇ ਲਈ ਪ੍ਰੇਰਦੀ ਰਹਿੰਦੀ ਹੈ। ਪ੍ਰਭੂ ਦੀ ਦਾਸੀ ਤੇਰੇ ਉੱਤੇ ਕਿਸ ਤਰ੍ਹਾਂ ਦਾ ਰੋਹਬ ਝਾੜਦੀ ਹੈ। ਤੈਨੂੰ ਰੰਗਾਂ ਦੇ ਵਿੱਚ ਫਸਾ ਲਿਆ, ਤੈਨੂੰ ਕੱਚੇ ਢੰਗਾਂ ਦੇ ਵਿੱਚ ਫਸਾ ਲਿਆ। ਮਾਇਆ ਬੌਰੀ, ਮਨਮੋਹਣੀ, ਹਰ ਕਿਸੇ ਨੂੰ ਠੱਗਦੀ ਹੈ। ਤੂੰ ਵੀ ਉਹਦੀਆਂ ਗੱਲਾਂ ਦੇ ਵਿੱਚ ਮਿਸਟਰ ਹਿਊਮਨ ਬੀਂਗ ਆ ਗਿਆ। ਆਪਣੇ ਚਰਨਾਂ ਨੂੰ ਗੁਰੂ ਦੇ ਵੱਲ ਮੋੜ ਲੈ। ਇੱਕ ਸਦੀਵੀ, ਇੱਕ ਇਲਾਹੀ ਫਾਰ ਐਵਰ ਤੇਰਾ ਸਾਥ ਬਣ ਜਾਵੇਗਾ ਉਸ ਪਿਆਰੇ ਨਾਲ, ਜਿਹਨੂੰ ਹਰ ਕੋਈ ਲੋਚਦਾ ਹੈ। ਸੁਰ ਨਰ ਦੇਵਤੇ ਜਨ ਸਾਰੇ ਦੇ ਸਾਰੇ ਉਹਨੂੰ ਧਿਆਉਂਦੇ ਨੇ ਕਿ ਪ੍ਰਭੂ ਤੂੰ ਸਾਡਾ ਵੀ ਭਲਾ ਕਰ ਦੇ, ਅਸੀਂ ਵੀ ਅੱਕੇ ਪਏ ਹਾਂ। ਕਰ ਹਰ ਕਰਮ ਸਰਵਣ ਹਰ ਕਥਾ, ਤੂੰ ਉਹਦੀ ਟਹਿਲ, ਉਹਦੀ ਸੇਵਾ ਕਮਾ ਲੈ ਤੇ ਉਹਦੀ ਕਹਾਣੀ ਹੀ ਸੁਣ। ਕੀ ਰੱਖਿਆ ਹੋਰ ਕਹਾਣੀਆਂ ਦੇ ਵਿੱਚ, ਜਿਹੜੀਆਂ ਝੂਠੀਆਂ ਹਨ, ਇਤਿਹਾਸਕ ਹਨ ਜਾਂ ਮਿਥਿਹਾਸਕ ਹਨ? ਕੀ ਫਰਕ ਪੈਂਦਾ ਹੈ? ਤੇਰਾ ਪਿਆਰਾ ਹੁਣ ਵੀ ਹੈ, ਕੱਲ੍ਹ ਵੀ ਸੀ ਤੇ ਕੱਲ੍ਹ ਨੂੰ ਵੀ ਰਹੇਗਾ। ਹਮੇਸ਼ਾ ਹਮੇਸ਼ਾ ਦੇ ਲਈ ਤੇਰਾ ਸਾਥ ਦੇਵੇਗਾ ਤੇ ਤੈਨੂੰ ਇਸ ਜਨਮ ਮਰਨ ਦੇ ਚੱਕਰ 'ਚੋਂ ਕੱਢ ਲਵੇਗਾ। ਸੁੱਖਾਂ ਤੇ ਦੁੱਖਾਂ ਦਾ ਜਿਹੜਾ ਸਰਕਲ ਹੈ, ਇਹ ਤੋਂ ਤੂੰ ਪਿਆਰਿਆ ਮੁਕਤ ਹੋ ਜਾਵੇਗਾ। ਤੂੰ ਉਹਦੀ ਟਹਿਲ, ਉਹਦੀ ਸੇਵਾ ਕਰ। ਕਰ ਹਰ ਕਰਮ ਸਰਵਣ
ਹਰ ਕਥਾ ਕੰਮ ਹੈ ਜਿਹੜੇ ਉਹਦੇ ਹੀ ਕਰ, ਦੂਜਿਆਂ ਦੀ ਨੌਕਰੀ ਛੱਡ ਦੇ, ਜਿਵੇਂ ਤੇਰੇ ਪਿਤਾ ਨਾਨਕ ਨੇ ਛੱਡੀ ਸੀ। ਤੂੰ 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 ਹੀ ਤੂੰ ਉਹਦੀ ਚਾਕਰੀ ਕਰ ਲੈ, ਮੈਂ ਦੀ ਨੌਕਰੀ ਛੱਡ ਦੇ। ਤੇਰੇ ਪਿਤਾ ਉੱਤੇ ਇਹਨਾਂ ਭੈੜੇ ਲੋਕਾਂ ਨੇ ਯਕੀਨ ਨਹੀਂ ਕੀਤਾ। ਜਦੋਂ ਉਹ ਤੱਕੜੀ ਨਾਲ 13 ਤੋਲਦਾ ਸੀ, ਈਰਖਾਬਾਦੀ ਲੋਕ, ਧਰਮ ਦੇ ਠੇਕੇਦਾਰ, ਜਿਨ੍ਹਾਂ ਨੂੰ ਆਪਣਾ ਵਪਾਰ ਹਿਲਦਾ ਡੁੱਲਦਾ ਦਿਸਿਆ, ਉਹਨਾਂ ਨੇ ਕੰਨ ਭਰ ਦਿੱਤੇ ਕਿ ਅਜੀਬ ਕਿਸਮ ਦਾ ਮੋਦੀ ਇਸ ਮੋਦੀਖਾਨੇ ਦੇ ਵਿੱਚ ਆ ਗਿਆ। ਇਹ ਇਨਕਲਾਬ ਦੀਆਂ ਗੱਲਾਂ ਕਰਦਾ ਹੈ, ਇਹ ਸੱਚ ਦੀਆਂ ਗੱਲਾਂ ਕਰਦਾ ਹੈ, ਇਹ ਗਰੀਬਾਂ ਦੇ ਨਾਲ ਬੈਠਦਾ ਹੈ, ਉਹਨਾਂ ਦੇ ਨਾਲ ਗੁਪਤਗੂ ਕਰਦਾ ਹੈ। ਮੋਦੀ ਸਾਹਿਬ, ਇਹ ਲਟਾ ਦੇਵੇਗਾ ਤੁਹਾਡੇ ਸਟੋਰ ਨੂੰ। ਇੰਨੇ ਪੈਸੇ ਕਿੱਥੋਂ ਆਉਂਦੇ ਹਨ ਇਹਦੇ ਕੋਲ? ਇਹ ਕਿਦੋਂ ਦਾ ਧਨਾੜ ਬਣ ਗਿਆ ਤੁਹਾਡੇ ਤੋਂ ਵੀ ਵੱਡਾ। ਤੁਸੀਂ ਤਾਂ ਕਦੇ ਫਰੀ ਲੋਕਾਂ ਨੂੰ ਦਿੱਤਾ ਨਹੀਂ, ਤੁਸੀਂ ਤਾਂ ਕਦੇ 13 ਤੋਲਿਆ ਨਹੀਂ। ਇਹ ਤਾਂ ਬਹੁਤ ਲੋਕ ਗਰੀਬ ਇਹਦਾ ਗੁਣ ਗਾਉਂਦੇ ਹਨ, ਭੁੱਖੇ ਇਹਨੂੰ ਸਤਿਕਾਰਦੇ ਹਨ, ਗਰੀਬਾਂ ਨੂੰ ਇਹ ਗਲੇ ਲਾਉਂਦਾ ਹੈ, ਗਰੀਬ ਇਹ ਤੋਂ ਜਾਨਾਂ ਮਾਰਦੇ ਹਨ। ਗੁਰੂ ਪਿਆਰਿਓ, ਲਾਈ ਲੱਗ ਬੁਰਾ, ਲਾਈ ਲਾਉਣੇ ਵਾਲਾ ਵੀ ਬੁਰਾ, ਤੇ ਉਹਦੀ ਲਾਈ ਹੋਈ ਅੱਗ ਦੇ ਵਿੱਚ ਸੜਨੇ ਵਾਲਾ ਵੀ ਬੁਰਾ। ਕੰਨ ਭਰ ਦਿੱਤੇ ਦੌਲਤ ਖਾਂ ਦੇ, ਮੋਦੀਖਾਨੇ ਦੇ ਮਾਲਕ ਦੇ। ਉਹਨੇ ਪੜੋਈਏ ਜੈ ਰਾਮ ਜੀ ਨੂੰ ਸੱਦ ਕੇ ਕਿਹਾ ਕਿ ਮੈਂ ਆਡਿਟ ਤਫਤੀਸ਼ ਕਰਨੀ ਚਾਹੁੰਦਾ ਹਾਂ, ਸਮਾਨ ਗਿਣਨਾ ਚਾਹੁੰਦਾ ਹਾਂ, ਵਾਧਾ ਘਾਟਾ ਦੇਖਣਾ ਚਾਹੁੰਦਾ ਹਾਂ। ਜਿਵੇਂ ਅੱਜ ਮਸ਼ੀਨਾਂ ਦੇ ਨਾਲ ਇਨਵੈਂਟੋਰੀ ਚੈੱਕ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਗਿਣਤੀ ਕੀਤੀ ਗਈ, ਹਰ ਸਮਾਨ ਨੂੰ ਚੈੱਕ ਕੀਤਾ ਗਿਆ, ਪੈਸੇ ਗਿਣੇ ਗਏ, ਤਾਂ ਸਾਡੇ ਪਿਤਾ ਨਾਨਕ ਦਾ ਵਾਧਾ ਨਿਕਲਿਆ। ਉਹਦੀ ਜਮ੍ਹਾਂ ਹੋਈ ਪੂੰਜੀ, ਉਹਦੀ ਤਨਖਾਹ ਤੇ ਉਹਦਾ ਹਿੱਸਾ ਵੱਧ ਗਿਆ। ਸ਼ਰਮ ਆ ਗਈ ਵੇਅਰ ਹਾਊਸ ਦੇ ਮਾਲਕ ਨੂੰ, ਸ਼ਰਮਿੰਦਾ ਹੋ ਗਿਆ। ਕਹਿਣ ਲੱਗਿਆ ਮੇਰੇ ਤੋਂ ਗਲਤੀ ਹੋ ਗਈ, ਮਾਫ਼ ਕਰ ਦਿਓ ਤੁਸੀਂ ਮੈਨੂੰ, ਮੈਂ ਸ਼ਰਮਿੰਦਾ ਹਾਂ, ਮੈਨੂੰ ਲੋਕਾਂ ਨੇ ਭੜਕਾਇਆ। ਸੱਚੇ ਪਾਤਸ਼ਾਹ ਕਹਿਣ ਲੱਗ ਗਏ ਮੈਨੂੰ ਹੋਰ ਨੌਕਰੀ ਮਿਲ ਗਈ। ਬੜਾ ਅਚਰਜ ਹੋਇਆ, ਸੋਚਦਾ ਕਿਸੇ ਨੇ ਮੇਰੇ ਵਧੀਆ ਮੁਲਾਜ਼ਮ ਨੂੰ ਪੱਟ ਲਿਆ ਤੇ ਹੋਰ ਕਿਸੇ ਸਟੋਰ ਵਾਲੇ ਨੇ ਸੱਚੇ ਪਾਤਸ਼ਾਹ ਨੂੰ ਨੌਕਰੀ ਦੀ ਆਫਰ ਦੇ ਦਿੱਤੀ। ਸੁਭਾਵਿਕ ਹੀ ਸ਼ੱਕ ਹੋ ਜਾਂਦਾ ਹੈ। ਅੱਜ ਵੀ ਜੇ ਕੋਈ ਚੰਗਾ ਵਰਕਰ, ਚੰਗਾ ਮਿਹਨਤ ਕਰਨ ਵਾਲਾ ਨੌਕਰੀ ਛੱਡਦਾ ਹੈ ਤਾਂ ਮਾਲਕ ਮਜਬੂਰ ਹੁੰਦਾ ਉਹਦੀਆਂ ਮਿੰਨਤਾਂ ਕਰਨ ਉੱਤੇ ਕਿ ਨਾ ਛੱਡ, ਤੂੰ ਬਹੁਤ ਵਧੀਆ ਕੰਮ ਕਰਦਾ। ਇਸੇ ਤਰ੍ਹਾਂ ਬਾਬੇ ਦੀਆਂ ਮਿੰਨਤਾਂ ਕੀਤੀਆਂ ਗਈਆਂ, ਨਾਨਕ ਨਾ ਛੱਡ ਨੌਕਰੀ, ਮੇਰੇ ਤੋਂ ਗਲਤੀ ਹੋ ਗਈ, ਮੈਂ ਤੁਹਾਡੀ ਨੌਕਰੀ ਇਸ ਕਰਕੇ ਨਹੀਂ ਕਰਦੀ ਕਿ ਮੈਨੂੰ ਹੁਣ ਨੌਕਰੀ
ਨਿਰੰਕਾਰ ਦੀ ਮਿਲ ਗਈ। ਵਾਹਿਗੁਰੂ ਦੀ, ਸੱਚੇ ਪਾਤਸ਼ਾਹ ਦੀ ਖਿਦਮਤ ਕਰਨ ਦੀ ਨੌਕਰੀ। ਹੁਣ ਮੈਂ ਕਰ ਹੀ ਨਹੀਂ ਸਕਦਾ, ਬਹੁਤ ਦੂਰਾਂ ਮੈਨੂੰ ਉਡੀਕਦੀਆਂ ਨੇ। ਬਹੁਤ ਬੈਠੀਆਂ ਪਿਆਰੀਆਂ ਰੂਹਾਂ ਲਾਲੋ ਵਰਗੀਆਂ ਮੈਨੂੰ ਉਡੀਕਦੀਆਂ ਨੇ। ਮੈਂ ਹੁਣ ਸਫ਼ਰ ਕਰਦਾ, ਉਹਦਾ ਦਿੱਤਾ ਹੋਇਆ 13 ਲੋਕਾਂ ਦੇ ਵਿੱਚ ਵੰਡਣਾ। ਗੁਰੂ ਪਿਆਰਿਓ, ਛੱਡ ਦਿੱਤੀ ਨੌਕਰੀ, ਕਰ ਹਰ ਕਰਮ। ਉਹਦਾ ਕੰਮ ਕਰਨ ਦੇ ਲਈ ਸੱਚੇ ਪਾਤਸ਼ਾਹ ਨੇ ਮਨੁੱਖ ਦੀ ਨੌਕਰੀ ਛੱਡ ਕੇ ਖੁਦਾ ਦੀ ਨੌਕਰੀ ਕਰ ਲਈ। ਇਸੇ ਤਰ੍ਹਾਂ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਪ੍ਰਾਣੀ, ਹਰੀ ਦਾ ਕਰਮ ਕਰ ਤੇ ਉਹਦੀ ਕਥਾ, ਉਹਦੀ ਵਿਚਾਰ ਸੁਣ। ਹਰ ਦਰਗਹਿ ਨਾਨਕ ਉਜਲ ਮੱਥਾ। ਤੇਰਾ ਉਹਦੀ ਦਰਗਾਹ ਦੇ ਵਿੱਚ ਮਸਤਕ ਉਜਲ ਹੋ ਜਾਵੇਗਾ। ਰੱਬ ਦੀ ਟਹਿਲ ਕਮਾ ਲੈ, ਰੱਬ ਦੀ ਵਾਰਤਾ ਦੇ ਵਿਚਾਰ ਸੁਣ ਲੈ, ਤੇ ਤੇਰਾ ਚਿਹਰਾ, ਤੇਰਾ ਮੁਖੜਾ ਚਮਕ ਜਾਵੇਗਾ ਇਲਾਹੀ ਰੋਸ਼ਨੀ ਦੇ ਵਿੱਚ। ਗੁਰੂ ਪਿਆਰਿਆ, ਬਾਕੀ ਦੀਆਂ ਨੌਕਰੀਆਂ ਝੂਠੀਆਂ ਹਨ, ਕਿਸੇ ਦੇ ਵਿੱਚ ਵੀ ਸਟੇਬਿਲਟੀ ਨਹੀਂ ਹੈ। ਤੂੰ ਇੱਕ ਲਾਲਚੀ ਦੀ ਨੌਕਰੀ ਕਰਕੇ ਲਾਲਚ ਹੀ ਕਮਾਵੇਗਾ। ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਸਾਜਿਆ, ਉਹਦੀ ਪ੍ਰਸ਼ੰਸਾ ਦੇ ਵਿੱਚ ਸਮਾਂ ਬਿਤਾ। ਇੱਕ ਇਲਾਹੀ ਮਸਤੀ ਖੁਮਾਰੀ ਕਮਾ। ਮਾਇਆ ਨੇ ਜਾਗਦੀ ਦੁਨੀਆ ਨੂੰ ਸਲਾਇਆ ਹੋਇਆ। ਤੂੰ ਵੀ ਸੁੱਤਾ ਪਿਆ, ਗੁਰੂ ਆਵਾਜ਼ਾਂ ਮਾਰ ਰਿਹਾ ਤੈਨੂੰ, ਉੱਠ ਖੜ, ਖਲੋ ਜਾ। ਤੈਨੂੰ ਫਰੀ, ਤੈਨੂੰ ਮੁਫਤ। ਗੁਰੂ ਪਿਆਰਿਆ, ਇਹ ਜਿਹੜੀ ਤੈਨੂੰ ਦਾਤ ਸੱਚੇ ਪਾਤਸ਼ਾਹ ਦੇ ਰਹੇ ਆ, ਇਹਦਾ ਲਾਹਾ ਲੈ ਲੈ। ਸੱਚ ਦਾ ਵਪਾਰ ਕਰਨਾ, ਪ੍ਰੀਤਮ ਪਿਆਰੇ ਦਾ ਸਤਿਕਾਰ ਕਰਨਾ। ਤੇਰਾ ਕੱਦ ਬੁੱਤ ਉੱਚਾ ਹੋ ਜਾਵੇਗਾ। ਅੱਖਾਂ ਨਾਲ ਦੇਖ ਲੈ ਉਹਦਾ ਰੰਗ। ਜਿਨ੍ਹਾਂ ਨੇ ਉਹਨੂੰ ਪਾਇਆ, ਉਹਨਾਂ ਨੇ ਛੁਪਾਇਆ। ਉਹਨਾਂ ਨੇ ਮਰਿਆਦੀ ਨਹੀਂ ਕੀਤੀ, ਉਹਨਾਂ ਨੇ ਢਿੰਡੋਰਾ ਵੀ ਨਹੀਂ ਪਿੱਟਿਆ ਕਿ ਤੁਸੀਂ ਆਓ, ਮੈਂ ਹੁਣ ਤੁਹਾਡੇ ਕੰਮ ਧੰਦੇ ਕਰਨ ਜੋਗਾ ਹੋ ਗਿਆ ਹਾਂ, ਮੈਨੂੰ ਪ੍ਰਭੂ ਸ਼ਾਖ ਮਿਲ ਗਿਆ ਤੇ ਹੁਣ ਮੈਂ ਤੁਹਾਡੀਆਂ ਲੋੜਾਂ ਪੂਰੀਆਂ ਕਰ ਦੇਵਾਂਗਾ। ਇਹ ਵਪਾਰ ਹੈ। ਕਿੰਨਿਆਂ ਨੇ ਵਪਾਰ ਕੀਤਾ ਇਸ ਯੁੱਗ ਦੇ ਵਿੱਚ। ਤੂੰ TV ਵੀ ਦੇਖਦਾ, ਰੇਡੀਓ ਵੀ ਸੁਣਦਾ, ਸੋਸ਼ਲ ਮੀਡੀਆ 'ਤੇ ਵੀ ਨਜ਼ਰਾਂ ਟਿਕਾਈ ਰੱਖਦਾ। ਕਿੰਨਿਆਂ ਨੇ ਇਹ ਵਪਾਰ ਕੀਤਾ ਪੈਸੇ ਵਾਲਾ। ਗੁਰੂ ਦਾ ਨਾਮ ਵਰਤ ਕੇ ਆਪਣਾ ਨਾਮ ਵੱਡਾ ਕੀਤਾ। ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਆਪਣਾ ਉਜਰ ਵੱਡਾ ਕਮਾਇਆ। ਕੀ ਹਾਲ ਹੈ ਉਹਨਾਂ ਦਾ? ਉਹ ਕਿੱਥੇ ਗਏ, ਕਿੱਥੇ ਸੜ ਰਹੇ ਨੇ? ਆਪਣੀ ਮੈਂ ਦੀ ਅੱਗ ਦੇ ਵਿੱਚ, ਹਉਮੈ ਦੀ ਭੱਠੀ ਦੇ ਵਿੱਚ। ਇਹ ਕੱਚੇ ਲੋਕ ਕੱਚੀਆਂ ਗੱਲਾਂ ਕਰਕੇ, ਕੱਚੀਆਂ ਕਹਾਣੀਆਂ ਸੁਣਾ ਕੇ ਆਪ ਤਾਂ ਫਸਦੇ ਹੀ ਹਨ, ਭੋਲੇ ਭਾਲੇ ਲੋਕਾਂ ਨੂੰ ਵੀ ਵਿੱਚ ਫਸਾ ਲੈਂਦੇ ਹਨ। ਦਰਿਆਵੀ ਨਸ਼ਿਆਂ ਨਾਲ ਰੱਜ ਕੇ ਖਮਾਰੀ ਦਾ ਸੁਆਗ ਰਚਾਉਂਦੇ ਨੇ।
कि साडे विच प्रभु दा वासा हो गया। सानू 3 युगां दा, 4 युगां दा, 2 जहानां दा ज्ञान हो गया। लोग बड़े भोले ने, प्यारे ने, फस जाते ने। गुरु प्यारिया, जद तैनू असली मिल गया, नकली दा की काम। हुण तू असली दा असली बन जा। उन्हां वर्गा ਜਿਹੜੇ ਕਰੋੜਾਂ ਅਰਬਾਂ ਖਰਬਾਂ ਬੇਗਿਣਤ ਨਾਨਕ ਨੇ ਤਾਰੇ ਨੇ। ਤੂੰ ਇੱਕ ਤਰਿਆ ਹੋਇਆ ਦਾਸ ਸੇਵਕ, ਉਹਦੇ ਚਰਨਾਂ ਨੂੰ ਚੁੰਮ ਲੈ। ਉਹ ਉਡੀਕ ਰਿਹਾ, ਤੇਰੀ ਉਡੀਕ ਕਰ ਰਿਹਾ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਸਤਤ ਮਨ ਮੈਂ ਕਰ ਨਿਰੰਕਾਰ। ਡੂ ਦਾ ਪ੍ਰੇਜ਼ ਆਫ Lord in your mind, utter the praise of that formless one in thy heart. Always remember God, who you can feel, no shape, no size, only everywhere, all the time. ਉਸਤਤ ਮਨ ਮੈਂ ਕਰ ਨਿਰੰਕਾਰ। Remember in your heart, ਕਰ ਮਨ ਮੇਰੇ ਸਤ ਬਹੁਹਾਰ। My soul, practice thou the work of righteousness. ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲੈ ਜੀਓ। By drinking the name nectar, thy tongue will become pure, and thy heart and your soul will get the peace and become comfortable. Nano pek thakar ka rang. With thine eyes see the wonderful place of the Lord. Sadh sang binse sab sang. By associating with the saints congregation, all other associations vanish away. Charan chalo marg gobind. With thy feet walk the way of the world's Lord. Bete paap japiye har bind. By contemplating over God even for a moment, the sins are washed off. Kar har karm sarvan har katha. Perform God's services and hear God's discourse. Har dargah Nanak ujjal matha. Like this, thy countenance shall be bright in God's court, O Nanak. Guru Pyareo, thus the truthful truth name, everything is the truth, and it gives direct message to the soul. Soul is a part of God. All this falseness, materialism is created by Maya, symbolic female name of Kali Yuga's queen. She creates lust in human minds to take them away from Lord. Guru Arjan Dev Ji doing blessing on us, and there is no charge for so wonderful advice.
totally free. Become from temporary to permanent, from kal to akal. Guru is gracing us free, and human is not ready to listen. Human want to listen somebody in person who accept the money, who accept the free volunteer work, who accept the praise. But Guru is not expecting all that. Guru is telling us the truth. Go to Lord. Here is the road going to Him. Put your feet on it. And there are too many like you tried and are successful. They are sitting in a sadh sang's company. Look with your eye, with your own eyes. Experience it. How wonderful your soul is feeling. Guru is gracing us free. But mind is so selfish, so greedy. It is guided by ego, guided by I-ness or we-ness or me-ness. Always go back to the material, false ego, and destroy his time. Guru Arjan Dev Ji giving us right advice. Why are you in this nonsense, fake ego world? Nobody ever gained anything in it. Meditate on his name, Akal's name. He will bless you. Take you to his feet. That's you want. Make your life successful. Guru Pyareo, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੌਖਾ ਤੇ ਸਸਤਾ ਤੇ ਸਾਦਾ ਰਸਤਾ ਸਾਨੂੰ ਸਮਝਾਇਆ। ਅੱਜ ਦੇ ਯੁੱਗ ਦੇ ਵਿੱਚ ਬਹੁਤ ਸਾਰੇ ਪ੍ਰਾਣੀ ਨੇ ਜਿਹੜੇ ਪ੍ਰਭੂ ਦਾ ਨਾਮ ਜਪਦੇ ਆ ਆਪਣੇ ਆਪਣੇ ਅਕੀਦੇ ਦੇ ਨਾਲ, ਆਪਣੇ ਆਪਣੇ ਧਰਮ ਦੇ ਵਿੱਚ ਰਹਿ ਕੇ। ਜਿੱਥੇ ਵੀ ਕਿਸੇ ਦਾ ਜਨਮ ਹੋਇਆ ਉਹ ਅਕੀਦਾ ਉਹਦਾ ਬਣ ਗਿਆ। ਪ੍ਰੇਰਨਾ ਦੇ ਨਾਲ, ਸੰਸਕਾਰਾਂ ਦੇ ਨਾਲ ਉਸ ਨੂੰ ਉਹੀ ਧਰਮ ਪਿਆਰਾ ਲੱਗਣ ਲੱਗ ਪਿਆ। ਬਿਲਕੁਲ ਗੁਰੂ ਨਾਨਕ ਸਾਹਿਬ ਨੇ ਸਾਰੇ ਧਰਮਾਂ ਦਾ ਸਤਿਕਾਰ ਇਸੇ ਕਰਕੇ ਹੀ ਕੀਤਾ ਹੈ ਕਿ ਦੁਨੀਆ ਬਹੁਤ ਵੱਡੀ ਹੈ, ਧਰਤੀ ਬਹੁਤ ਵੱਡੀ ਹੈ ਜੀਓਗ੍ਰਾਫੀਕਲੀ। ਹਰ ਹਿੱਸੇ ਦੇ ਵਿੱਚ ਪ੍ਰਭੂ ਨੇ ਕਿਸੇ ਨਾ ਕਿਸੇ ਰਹਿਬਰ ਦੀ ਡਿਊਟੀ ਲਾਈ ਹੈ, ਜ਼ਿੰਮੇਵਾਰੀ ਦਿੱਤੀ ਹੈ। ਉਹਨਾਂ ਨੇ ਰਹਿਬਰਾਂ ਨੇ ਆ ਕੇ ਆਪਣਾ ਉਪਦੇਸ਼ ਲੋਕਾਂ ਨੂੰ ਦਿੱਤਾ, ਵੱਢਿਆ, ਫਰੀ ਦੇ ਵਿੱਚ ਵੱਢਿਆ, ਜਗਾਇਆ, ਸੁੱਤੇ ਹੋਏ ਲੋਕਾਂ ਨੂੰ ਜਗਾਇਆ। ਹਜ਼ਰਤ ਮੁਹੰਮਦ ਸਾਹਿਬ ਨੇ ਜਗਾਇਆ, ਜੀਸਸ ਕ੍ਰਾਈਸਟ ਨੇ ਜਗਾਇਆ, ਮਹਾਤਮਾ ਬੁੱਧ ਨੇ ਜਗਾਇਆ, ਕ੍ਰਿਸ਼ਨ, ਰਾਮ, ਬਹੁਤ ਸਾਰੇ ਹੋਰ ਪੈਗੰਬਰ, ਬਾਬਾ ਨਾਨਕ ਕਲਯੁਗ ਦਾ ਅਵਤਾਰ, 10 ਗੁਰੂ ਸਾਹਿਬਾਨ। ਇੱਕ ਇਨਕਲਾਬੀ ਜਾਗਰਤੀ 10ਵੇਂ ਪਾਤਸ਼ਾਹ ਨੇ ਦੁਨੀਆ ਨੂੰ ਦਿੱਤੀ ਹੈ। ਸਕ੍ਰਿਪਚਰ, ਹੋਲੀ ਸਕ੍ਰਿਪਚਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ। Human body can be corrupted. Human body can be misguided. Human body can be scared. But not black and white written guarantee. ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਨੂੰ ਸਦਾ ਲਈ ਸਾਡਾ ਗੁਰੂ, ਹਾਜ਼ਰ ਨਾਜ਼ਰ ਗੁਰੂ ਥਾਪ ਦਿੱਤਾ। ਮਨ ਹੈ ਜਿਹੜਾ ਸ਼ੈਤਾਨ ਹੈ,
ਭਗੌੜਾ ਹੋ ਜਾਂਦਾ ਹੈ, ਸੱਚ ਨੂੰ ਦੇਖ ਕੇ ਭੱਜਦਾ ਹੈ, ਸੱਚ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦਾ। ਧੰਨ ਧੰਨ ਗੁਰੂ ਗੋਬਿੰਦ ਸਿੰਘ जी सच्चे पातशाह ने सब सिखन को हुक्म है, गुरु मान्यो ग्रंथ। गुरु ग्रंथ की मान्यो प्रगट गुरांगी दे। सिर्फ ते सिर्फ शरधा, विश्वास, 100% डेडिकेशन, 100% लॉयल्टी ਦੀ ਲੋੜ ਹੈ। ਅਸੀਂ ਬੜਾ ਛੋਟਾ ਸੋਚਦੇ ਹਾਂ। ਜਦੋਂ ਇਹ ਸੋਚਦੇ ਹਾਂ ਕਿ ਸਾਡੇ ਨਾਲ ਗੱਲਾਂ ਨਹੀਂ ਕਰਦੇ ਪ੍ਰੀਤਮ ਪਿਆਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਬੜਾ ਛੋਟਾ ਬੱਚਿਆਂ ਵਾਲਾ ਸੋਚਦੇ ਹਾਂ, ਕਿਉਂਕਿ ਅਸੀਂ ਉਸ ਭਾਸ਼ਾ ਨੂੰ ਜਾਣਦੇ ਹੀ ਨਹੀਂ ਜਿਹੜੀ ਬਾਬਾ ਜੀ ਬੋਲਦੇ ਹਨ। ਅਸੀਂ ਕੋਈ ਵੱਖਰਾ ਵਿਅਕਤੀ ਸਾਡੇ ਸਾਹਮਣੇ ਬੈਠ ਕੇ ਸਾਡੇ ਨਾਲ ਗੱਲਾਂ ਕਰਨ ਦੀ ਚਾਹਨਾ ਰੱਖਦੇ ਰਹਿੰਦੇ ਹਾਂ, ਕਰਾਮਾਤ ਭਾਲਦੇ ਹਾਂ, ਹਮੇਸ਼ਾ ਹੀ ਕਰਾਮਾਤ ਭਾਲਦੇ ਹਾਂ, ਜਿਹੜੀ ਕਿ ਕਹਿਰ ਹੈ। ਗੁਰੂ ਸਾਹਿਬਾਨ ਨੇ ਉਹਨੂੰ ਐਕਸੈਪਟ ਨਹੀਂ ਕੀਤਾ ਹੈ। ਕਰਾਮਾਤ ਕਹਿਰ ਦਾ ਨਾਮ ਹੈ। ਆਹ ਸਾਰਾ ਕੁਝ ਦੇਖ ਰਹੇ ਆ ਸ੍ਰਿਸ਼ਟੀ ਦੇ ਵਿੱਚ, ਇਦੋਂ ਵੱਡੀ ਹੋਰ ਕੋਈ ਕਰਾਮਾਤ ਹੋ ਹੀ ਨਹੀਂ ਸਕਦੀ। ਯਾਰਾ ਸੰਸਾਰ ਦਾ ਚਾਨਣ ਮਨਾਰਾ, ਹਾਜ਼ਰ ਨਾਜ਼ਰ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ। ਹਰ ਕਿਸੇ ਸਵਾਲ ਦਾ ਜਵਾਬ ਤੁਰੰਤ। ਸਿਰਫ ਤੇ ਸਿਰਫ ਸਾਨੂੰ ਸਿੱਧੀ ਵਿਚਾਰ ਗੁਰੂ ਮਹਾਰਾਜ ਨਾਲ ਕਰਨ ਦੇ ਲਈ ਉਪਰਾਲੇ ਦੀ ਜ਼ਰੂਰਤ ਹੈ, ਜਿਹੜਾ ਕਿ ਅਸੀਂ ਵਿਸਾਰ ਦਿੱਤਾ। ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸਾਡੀ ਬੇਨਤੀ ਵੀ ਕੋਈ ਹੋਰ ਕਰੇ, ਸਾਡੀ ਪ੍ਰਾਰਥਨਾ ਵੀ ਕੋਈ ਹੋਰ ਕਰੇ। ਗੁਰੂ ਪਿਆਰਿਓ, ਜਦ ਵਿਚਾਲੇ ਕੋਈ ਆ ਗਿਆ, ਰਿਸ਼ਤਾ ਟੁੱਟ ਗਿਆ, ਦਿਲਾਂ ਦਾ ਰਿਸ਼ਤਾ ਟੁੱਟ ਗਿਆ। ਜਿਹੜਾ ਕਿ ਸਿੱਧਾ ਹੀ ਹੋ ਸਕਦਾ ਹੈ, ਉਹ ਬਲ ਬਲੇਵੇ ਦੇ ਨਾਲ ਨਹੀਂ ਹੁੰਦਾ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸਿੱਧੀ ਦੀ ਸਿੱਧੀ ਗੱਲ ਆਪਣੇ ਗੁਰਸਿੱਖ ਨਾਲ ਕਰ ਰਹੇ ਨੇ ਕਿ ਭਾਈ ਤੂੰ ਹੁਣ ਆਹ ਕਰ ਲੈ। ਇਸ ਪਦ ਦੇ ਵਿੱਚ ਸਾਫ਼ ਸਾਫ਼ ਸੱਚੇ ਪਾਤਸ਼ਾਹ ਕਰ ਰਹੇ ਨੇ, ਕਹਿ ਰਹੇ ਨੇ ਕਿ ਤੂੰ ਆਪਣੇ ਮਨ ਦੇ ਵਿੱਚ ਉਹਦੀ ਉਸਤਤ ਕਰ ਲੈ। ਤੇਰਾ ਜਿਹੜਾ ਵਪਾਰ ਹੈ, ਵਿਵਹਾਰ ਹੈ, ਉਹ ਸੱਚ ਦਾ ਕਰ ਲੈ, ਸੱਚ ਦਾ। ਆਪਣੀ ਰਸਨਾ ਨੂੰ ਅੰਮ੍ਰਿਤ ਪੀਣ ਵੱਲ ਲਗਾ। ਸੜੀਆਂ ਹੋਈਆਂ ਦੁਨੀਆ ਦੀਆਂ ਕਥਾਵਾਂ ਨਾ ਸੁਣ। ਆਤਮਾ ਨੂੰ ਪਵਿੱਤਰ ਕਰ ਲੈ ਤੇ ਆਪਣੀਆਂ ਅੱਖੀਆਂ ਦੇ ਨਾਲ, ਆਪਣੇ ਨੈਣਾਂ ਦੇ ਨਾਲ ਪ੍ਰਭੂ ਦਾ ਰੰਗ ਦੇਖ। ਜਿਹੜੇ ਤੇਰੇ ਝੂਠੇ ਸਾਥ ਨੇ, ਉਹ ਸਾਰੇ ਛੱਡ ਦੇ ਤੇ ਇੱਕ ਸਾਧ ਸੰਗ ਦਾ ਸੰਗ ਪ੍ਰਾਪਤ ਕਰ ਲੈ। ਆਪਣੇ ਚਰਨਾਂ ਨੂੰ ਮਾੜੇ ਪਾਸਿਓਂ ਹਟਾ ਕੇ ਗੋਬਿੰਦ ਦੇ ਮਾਰਗ 'ਤੇ ਤੋਰ ਲੈ। ਪਿਆਰਿਆ, ਤੇਰੇ ਜਿਹੜੇ ਪਾਪ ਨੇ ਇੱਕ ਛਿੱਲ ਦੇ ਵਿੱਚ ਕੱਟੇ ਜਾਣਗੇ। ਕੰਮ ਹੈ ਜਿਹੜੇ ਗੁਰੂ ਦੇ ਘਰ ਉਹਦੀ ਕਥਾ ਸੁਣ, ਦਰਗਾਹ ਦੇ ਵਿੱਚ ਦੀਵੀ ਪਾ ਕੇ ਨਹੀਂ ਬੈਠੇਗਾ। ਪ੍ਰੀਤਮ ਪਿਆਰੇ ਦੇ ਚਰਨਾਂ ਦੇ ਵਿੱਚ ਸਤਿਕਾਰ ਨਾਲ ਬੈਠੇਗਾ। ਗੁਰੂ ਪਿਆਰਿਆ, ਇਹ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਤੇਰੇ 'ਤੇ ਕਿਰਪਾ ਹੈ ਕਿ ਉਹ ਗੁਰੂ ਨੇ ਤੈਨੂੰ ਰਸਤਾ ਦਿਖਾਇਆ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।